ਤਾਂ ਚੈਲੰਜ ਕੀਤਾ ਗਿਆ ਸੀਐਮ ਚਰਨਜੀਤ ਚੰਨੀ ਨੂੰ ਅਰਵਿੰਦ ਕੇਜਰੀਵਾਲ ਵੱਲੋਂ। ਉਧਰ ਬਰਨਾਲਾ ਦੇ ਵਿੱਚ ਅੱਜ ਪਹੁੰਚੇ ਸੀ ਸੀਐਮ ਚੰਨੀ ਔਰ ਉਹਨਾਂ ਨੇ ਕਿਹਾ ਕਿ ਪੰਜਾਬ 'ਚ ਬਿਜਲੀ ਤੇ ਤੇਲ ਸਭ ਤੋਂ ਸਸਤੇ ਨੇ। ਉਹਨਾਂ ਕਿਹਾ ਕਿ ਕੇਜਰੀਵਾਲ ਪੈਟਰੋਲ ਡੀਜ਼ਲ ਸਸਤਾ ਕਰਕੇ ਦਿਖਾਉਣ, ਬਿਜਲੀ ਦੇ ਬਿੱਲ ਅਗਲੇ ਵਾਰ ਘਟ ਕੇ ਆਉਣਗੇ। ਇਹ ਵੀ ਗੱਲ ਸੀਐਮ ਵੱਲੋਂ ਕਹੀ ਗਈ। ਉਹਨਾਂ ਨੇ ਅਕਾਲੀ ਦਲ ਤੇ ਵੀ ਨਿਸ਼ਾਨੇ ਸਾਧੇ। ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਬਾਰੇ ਸੀਐਮ ਨੇ ਕਿਹਾ ਕਿ 10 ਸਾਲ ਅਕਾਲੀਆਂ ਨੇ ਪੰਜਾਬ ਨੂੰ ਲੁੱਟਿਆ ਹੈ ਔਰ ਨਾਲ ਦੀ ਨਾਲ ਉਹਨਾਂ ਨੇ ਅਰਵਿੰਦ ਕੇਜਰੀਵਾਲ ਦੀ ਇਸ ਚੁਣੌਤੀ ਦੇ ਜਵਾਬ ਦੇ ਵਿੱਚ ਇਹ ਕਿਹਾ ਕਿ ਕੇਜਰੀਵਾਲ ਦਿੱਲੀ ਦੇ ਵਿੱਚ ਡੀਜ਼ਲ ਪੈਟਰੋਲ ਸਸਤਾ ਕਰਕੇ ਦਿਖਾਉਣ। ਬਿਜਲੀ ਦੇ ਰੇਟ ਕਿੰਨੇ ਰੁਪਏ ਘਟਾਏ ਹੈ, ਜਦੋਂ ਅਗਲੇ ਬਿੱਲ ਆਉਂਦੇ ਉਹਨਾਂ ਨੂੰ ਪਤਾ ਲੱਗੇਗਾ ਕਿਸ ਤਰ੍ਹਾਂ ਪੈਦਾ ਹੁੰਦੇ ਅੱਧੇ ਵੀ ਨਹੀਂ ਰਹਿਣਗੇ। ਅੱਜ ਦੁਨੀਆ ਪੰਜਾਬ ਦੀ ਬਿਜਲੀ ਦੇਸ਼ ਨਾਲੋਂ ਸਭ ਨਾਲੋਂ ਸਸਤੀ ਹੈ। ਅੱਜ ਪੈਟਰੋਲ 10 ਰੁਪਏ ਸਸਤਾ ਕਰਿਆ, 10 ਰੁਪਏ ਡੀਜ਼ਲ 5 ਰੁਪਏ ਸਸਤਾ ਕਰਿਆ। ਜਿਹੜੇ ਕਹਿੰਦੇ ਜੀ ਚੰਨੀ ਦਾ ਲਾਲੇ ਕਰਦਾ ਲਾਗੂ ਨਹੀਂ ਹੁੰਦੇ, ਪੈਟਰੋਲ ਪੰਪ ਤੇਲ ਪਾਉਣ ਜਾਣ 50 ਲੀਟਰ ਤੇਲ ਪਾਓ, ਇੱਕ ਡਰਮ ਡੀਜ਼ਲ ਦਾ 200 ਲੀਟਰ ਪਾਓ, 1000 ਰੁਪਇਆ ਬਚਣ ਦਾ ਡੀਜ਼ਲ ਦਾ ਇੱਕ ਡਰਮ ਦਾ। ਪੈਟਰੋਲ ਡੀਜ਼ਲ ਆਲੇ ਦੁਆਲੇ ਦੇ ਸਟੇਟਾਂ ਨਾਲੋਂ ਸਭ ਨਾਲੋਂ ਸਸਤਾ ਹੈ। ਜੇ ਕੇਜਰੀਵਾਲ ਆਉਂਦਾ ਪਹਿਲਾਂ ਸਾਡੇ ਬਰਾਬਰ ਪੈਟਰੋਲ ਕਰ ਲਵੇ, ਗਰੰਟੀ ਕਾਰਡ ਬਣਾਉਂਦੇ ਵਿਦੇਸ਼ੀ ਆਮ ਆਦਮੀ ਵਾਲੇ। ਮੇਰੀ ਰੀਸ ਨੂੰ ਸੁਖਬੀਰ ਬਾਦਲ ਦੇ ਬਿਠਾ ਕੇ ਉਹ ਕਿਆ ਹੋਇਆ ਤਾਂ ਇਹ ਪਤਾ ਲੱਗੇ ਪਰਿਵਾਰ ਕਿਹੜੀਆਂ ਨਾ ਇਹ ਪਤਾ ਲੱਗੇ ਕਿ ਪਲੇਅਰ ਕਿਹੜਾ। ਦੋਏ ਜਣੇ ਗੋਲ ਹੁਣ ਕਿੱਥੇ ਖੇਡਦੇ ਆ ਪਰਿਵਾਰ, ਇਹਨਾਂ ਦੇ ਸਰੀਰ ਦਾ ਦੇਖੋ, ਲੋਕਾਂ ਨੂੰ ਲੁੱਟ ਕੇ ਏਡੇ ਏਡੇ ਢਿੱਡ ਕਰਦੇ। ਇਹ ਲੋਕ ਕਿਸ ਤਰ੍ਹਾਂ ਕਾਮਯਾਬ ਹੋ ਸਕਦੇ ਪੰਜਾਬ, ਜਿਨ੍ਹਾਂ ਨੇ ਬੇਅਦਬੀਆਂ ਕਰਾਈਆਂ, ਜਿਨ੍ਹਾਂ ਨੇ ਨਸ਼ੇ ਵੇਚੇ, ਜਿਨ੍ਹਾਂ ਨੇ ਸਾਰਾ ਮਾਲ ਆਪਣੇ ਘਰ ਨੂੰ ਲੈ ਗਏ, ਇਹਨਾਂ ਨੂੰ ਪੰਜਾਬ ਨੂੰ ਕਾਮਯਾਬ ਕਰੇਗਾ। ਤਾਂ ਕੁੱਲ ਮਿਲਾ ਕੇ ਸਿਆਸੀ ਪਾਰਟੀਆਂ ਦਾ ਸਾਰਾ ਜ਼ੋਰ ਇਸ ਗੱਲ ਤੇ ਲੱਗਿਆ ਹੋਇਆ ਹੈ ਕਿ ਕਿਹੜੀ ਪਾਰਟੀ ਲੋਕਾਂ ਨੂੰ ਸਸਤੇ ਵਾਅਦੇ ਜਿਹੜੇ ਹੈ ਜਾਂ ਸਸਤੀਆਂ ਚੀਜ਼ਾਂ ਦੇਗੀ, ਕਿਹੜੀ ਪਾਰਟੀ ਲੋਕਾਂ ਨੂੰ ਮੁਫਤ ਸਹੂਲਤਾਂ ਦੇਗੀ। ਔਰ ਇਸੇ ਦੇ ਵਿੱਚ ਪਾਰਟੀਆਂ ਉਲਝ ਕੇ ਇੱਕ ਦੂਜੇ ਨੂੰ ਚੈਲੰਜ ਤੱਕ ਕਰ ਰਹੇ ਨੇ ਔਰ ਚਾਰੇ ਪਾਸੇ, ਕਿਉਂਕਿ ਵੋਟਾਂ ਆ ਰਹੀਆਂ ਨੇ, ਕੁਝ ਸਮਾਂ ਬਾਕੀ ਬਚਿਆ, ਕਰੀਬ 1 ਮਹੀਨੇ ਬਾਅਦ ਉਮੀਦ ਹੈ ਕਿ ਸੂਬੇ ਦੇ ਵਿੱਚ ਕੋਡ ਲੱਗ ਜਾਣਾ ਔਰ ਉਸ ਤੋਂ ਬਾਅਦ ਫਿਰ ਕੋਈ ਐਲਾਨ ਨਹੀਂ ਕਰ ਸਕਦੇ। ਇਸ ਕਰਕੇ ਧੜਾ-ਧੜ ਐਲਾਨਾਂ ਦਾ ਦੌਰ ਜਾਰੀ ਹੈ। ਗੱਲ ਸੰਯੁਕਤ ਕਿਸਾਨ ਮੋਰਚੇ ਦੀ ਕਰ ਲੈਂਦੇ ਹਾਂ। ਸੰਸਦ ਕੂਚ ਕਰਨ ਦਾ ਐਲਾਨ ਜਿਹੜਾ ਸੀ ਉਹ ਮੁਲਤਵੀ ਕਰ ਦਿੱਤਾ ਹੈ ਸੰਯੁਕਤ ਕਿਸਾਨ ਮੋਰਚੇ ਨੇ। ਅੱਜ ਇੱਕ ਬੈਠਕ ਹੋਈ ਸੀ, 29 ਨਵੰਬਰ ਨੂੰ ਇਹ ਜਿਹੜਾ ਮਾਰਚ ਹੈ ਉਹ ਲਿਖਿਆ ਗਿਆ ਸੀ ਔਰ ਅੱਜ ਦੀ ਬੈਠਕ ਦੇ ਵਿੱਚ ਇਸ ਨੂੰ ਮੁਲਤਵੀ ਕਰਨ ਦਾ ਫੈਸਲਾ ਲਿਆ ਗਿਆ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਹਾਲੇ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋਈਆਂ। ਮੰਗਾਂ ਪੂਰੀਆਂ ਹੋਣ ਤੋਂ ਬਾਅਦ ਅਸੀਂ ਅੰਦੋਲਨ ਖਤਮ ਕਰ ਦਿਆਂਗੇ। 4 ਦਸੰਬਰ ਨੂੰ ਕਿਸਾਨ ਮੋਰਚੇ ਦੀ ਮੁੜ ਮੀਟਿੰਗ ਹੋਏਗੀ। ਸੰਯੁਕਤ ਕਿਸਾਨ ਮੋਰਚੇ ਨੇ ਸੰਸਦ ਕੂਚ ਦਾ ਐਲਾਨ ਮੁਲਤਵੀ ਕਰ ਦਿੱਤਾ। 29 ਨਵੰਬਰ ਨੂੰ ਸੰਯੁਕਤ ਕਿਸਾਨ ਮੋਰਚੇ ਨੇ 500 ਦੇ ਜੱਥੇ ਦਾ ਸੰਸਦ ਦੇ ਵੱਲ ਕੂਚ ਕਰਨ ਦਾ ਐਲਾਨ ਕੀਤਾ ਸੀ। ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੋਈ, ਜਿਸ ਤੋਂ ਬਾਅਦ ਇਹ ਐਲਾਨ ਦਾ ਫੈਸਲਾ ਵਾਪਸ ਲਿਆ ਗਿਆ। एमएसपी के लिए हमारा है कि सरकार हमें आश्वासन दे, पार्लियामेंट सेशन चल रहा है, इसमें सरकार एक आश्वासन दे कि लीगल गारंटी कानून बनेगा, प्रोक्योरमेंट होगी और कमेटी फिर कमेटी बना दे जो निटी ग्रिटी है कि कितनी फसलें होंगी, कैसे एमएसपी तय होगा, ये सब चीजें छोड़ दे। ਕਿਸਾਨਾਂ ਦਾ ਕਹਿਣਾ ਹੈ ਕਿ 29 ਨਵੰਬਰ ਨੂੰ ਸਰਦ ਰੁੱਤ ਇਜਲਾਸ ਦੇ ਦੌਰਾਨ ਖੇਤੀ ਕਾਨੂੰਨ ਵਾਪਸੀ ਪ੍ਰਕਿਰਿਆ ਤੋਂ ਬਾਅਦ ਅਸੀਂ ਕੁਝ ਫੈਸਲਾ ਲਵਾਂਗੇ। ਕਿਸਾਨਾਂ ਨੇ ਕਿਹਾ ਕਿ ਸਾਡੀ ਮੰਗ ਸਿਰਫ ਖੇਤੀ ਕਾਨੂੰਨ ਵਾਪਸੀ नहीं एमएसपी है ਤੇ ਟੇਬਲ ਟਾਕ ਕਰਨ ਲਈ ਕਿਹਾ। कैबिनेट ने कर दिया कानून रद्द हो जाएंगे तो इसको वक्ती पोस्टपोन किया है। हम देख रहे हैं बाकी मुद्दे के लिए वो 2930 को पार्लियामेंट में एमएसपी गारंटी का कानून, केसों के बारे में और कानून दोनों सदनों में राष्ट्रपति के साइन होने तक इसको वेट एंड वॉच कर रहे हैं। किसान आगुओं ने ऐलान किया कि खेती कानूनों दौरान किसानों ते होए पर्चे रद्द किए जान, वो चाहे सूबा सरकारां ने कीते होण जां रेलवे ने। जबकि खेतीबाड़ी मंत्री नरेंद्र तोमर ने कहा सी कि पर्चे रद्द करना सूबा सरकारां दा काम है, जिस तो बाद किसान आगुओं ने कहा कि केंद्र सरकार सूबा सरकारां नूं हुक्म देवे। जहां तक आंदोलन के दौरान केस
रजिस्टर्ड का सवाल है, वह राज्य सरकार के अधिकार क्षेत्र का विषय है। राज्य सरकारें केस की गंभीरता को ध्यान में रखते हुए उस पर निर्णय करेगी। और मोदी जी निर्देश करें अपने राज्य सरकारों को कि जितने भी मुकदमे हैं वो राज्य सरकार वापस ले और जो रेलवे के हैं वो केंद्र सरकार वापस ले। ਸੰਯੁਕਤ ਕਿਸਾਨ ਮੋਰਚੇ ਦੀ 4 ਦਸੰਬਰ ਨੂੰ ਮੀਟਿੰਗ ਹੈ। ਇਸ ਦੌਰਾਨ ਅੰਦੋਲਨ ਜਾਰੀ ਰੱਖਣ ਜਾਂ ਖਤਮ ਕਰਨ ਦਾ ਫੈਸਲਾ ਲਿਆ ਜਾ ਸਕਦਾ ਹੈ, ਪਰ ਫਿਲਹਾਲ ਕਿਸਾਨ ਅੰਦੋਲਨ ਜਾਰੀ ਰਹੇਗਾ। ਸਿੰਘੂ ਤੋਂ ਨਪਿੰਦਰ ਬਰਾੜ, ਨਿਊਜ਼ 18 ਪੰਜਾਬ। ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ 3 ਹੋਰ ਵੱਡੀਆਂ ਮੰਗਾਂ ਤੇ ਵੱਡਾ ਐਲਾਨ ਕੀਤਾ ਹੈ, ਜਿਸ ਵਿੱਚ ਪਰਾਲੀ ਸਾੜਨ ਤੇ ਕੇਸ ਦਰਜ ਨਾ ਹੋਣ ਤੇ MSP ਦਾ ਮੁੱਦਾ ਅਹਿਮ ਨੇ। ਇਸ ਤੋਂ ਇਲਾਵਾ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਹੈ। 29 ਨਵੰਬਰ ਨੂੰ ਕੇਂਦਰ ਸਰਕਾਰ ਪਾਰਲੀਮੈਂਟ ਸੈਸ਼ਨ ਦੇ ਪਹਿਲੇ ਦਿਨ 3 ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਲਈ ਬਿੱਲ ਪੇਸ਼ ਕਰੇਗੀ। ਇਸ ਤੋਂ ਪਹਿਲਾਂ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਕਿਸਾਨਾਂ ਦੀਆਂ 3 ਅਹਿਮ ਮੰਗਾਂ ਤੇ ਵੱਡਾ ਐਲਾਨ ਕੀਤਾ। ਖੇਤੀਬਾੜੀ ਮੰਤਰੀ ਨੇ ਸਾਫ਼ ਕਰ ਦਿੱਤਾ ਕਿ ਪਰਾਲੀ ਸਾੜਨ ਤੇ ਕਿਸਾਨਾਂ ਦੇ ਖਿਲਾਫ ਕੋਈ ਕੇਸ ਦਰਜ ਨਹੀਂ ਹੋਵੇਗਾ। ਕਿਸਾਨਾਂ ਨੇ ਕੇਂਦਰ ਸਰਕਾਰ ਦੇ ਸਾਹਮਣੇ ਇਹ ਮੰਗ ਰੱਖੀ ਸੀ। गुरु नानक देव जी के प्रकाश पर्व के पुनीत अवसर पर इन तीनों कृषि कानूनों को रिपील करने की घोषणा की। पराली जलाने पर किसानों पर क्रिमिनल ऑफेंस से उन्हें मुक्त किया जाए। ਇਸ ਤੋਂ ਇਲਾਵਾ ਖੇਤੀਬਾੜੀ ਮੰਤਰੀ ਤੋਮਰ ਨੇ ਕਿਸਾਨਾਂ ਦੀਆਂ ਮੁਸ਼ਕਿਲਾਂ ਦਾ ਹੱਲ ਕੱਢਣ ਅਤੇ ਸੁਧਾਰ ਲਿਆਉਣ ਦੇ ਮਕਸਦ ਦੇ ਨਾਲ ਇੱਕ ਕਮੇਟੀ ਦਾ ਗਠਨ ਕਰਨ ਦਾ ਵੀ ਫੈਸਲਾ ਕੀਤਾ। ਇਹ ਕਮੇਟੀ MSP ਨੂੰ ਹੋਰ ਕਿਵੇਂ ਪਾਰਦਰਸ਼ੀ ਬਣਾਵੇਗੀ, ਇਸ ਤੇ ਮੰਥਨ ਕਰੇਗੀ। ਇਸ ਤੋਂ ਇਲਾਵਾ ਖੇਤੀ ਵਿੱਚ ਵਨ ਸਵੰਨਤਾ ਲਿਆਉਣ ਦੇ ਨਾਲ-ਨਾਲ ਜ਼ੀਰੋ ਫਾਰਮਿੰਗ ਤੇ ਵੀ ਕੰਮ ਕੀਤਾ ਜਾਏਗਾ। ਕਮੇਟੀ ਦੇ ਵਿੱਚ ਕਿਸਾਨ ਆਗੂਆਂ ਨੂੰ ਵੀ ਸ਼ਾਮਿਲ ਕੀਤਾ ਜਾਵੇਗਾ। प्रधानमंत्री जी ने जीरो बजट खेती, क्रॉप डाइवर्सिफिकेशन, MSP को और प्रभावी, पारदर्शी बनाने जैसे विषयों पर विचार करने के लिए एक समिति बनाने की घोषणा की है। ਕਿਸਾਨਾਂ ਨੇ ਸਰਕਾਰ ਤੋਂ ਇੱਕ ਹੋਰ ਵੀ ਮੰਗ ਕੀਤੀ ਸੀ ਕਿ ਅੰਦੋਲਨ ਦੌਰਾਨ ਜਿਨ੍ਹਾਂ ਕਿਸਾਨਾਂ ਦੇ ਖਿਲਾਫ ਕੇਸ ਦਰਜ ਹੋਏ ਨੇ ਉਹਨਾਂ ਨੂੰ ਮਾਫ ਕੀਤਾ ਜਾਵੇ। ਕੇਂਦਰ ਸਰਕਾਰ ਨੇ ਇਹ ਫੈਸਲਾ ਸੂਬਾ ਸਰਕਾਰਾਂ ਤੇ ਛੱਡ ਦਿੱਤਾ। जहां तक आंदोलन के दौरान केस रजिस्टर्ड का सवाल है, वह राज्य सरकार के अधिकार क्षेत्र का विषय है। राज्य सरकारें केस की गंभीरता को ध्यान में रखते हुए उस पर निर्णय करेगी। 19 ਨਵੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 3 ਖੇਤੀ ਕਾਨੂੰਨ ਰੱਦ ਕਰਨ ਦਾ ਐਲਾਨ ਕੀਤਾ, ਪਰ ਕਿਸਾਨਾਂ ਨੇ ਧਰਨਾ ਖਤਮ ਨਹੀਂ ਕੀਤਾ। 26 ਨਵੰਬਰ ਨੂੰ ਕਿਸਾਨਾਂ ਦੇ ਅੰਦੋਲਨ ਦੇ 1 ਸਾਲ ਪੂਰਾ ਹੋਣ ਤੇ ਪੂਰੇ ਦੇਸ਼ ਦੇ ਵਿੱਚ ਜਸ਼ਨ ਮਨਾਇਆ ਗਿਆ ਸੀ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਇੱਕ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ, ਜਲਦ ਵਾਪਸ ਆਉਂਦੇ ਹਾਂ।